ਵੈਲਕਮ ਬੈਕ ਪਿਆਰੇ ਵਿਦਿਆਰਥੀਓ। ਅੱਜ ਅਸੀਂ ਪਿਛਲੇ ਪਾਠ ਦੀ ਅਗਲੀ ਕੜੀ ਦੇ ਵਿੱਚ ਚਰਚਾ ਕਰਾਂਗੇ। ਜੋ ਪਿਛਲੀ ਕਲਾਸ ਦੇ ਵਿੱਚ ਅਸੀਂ ਚਰਚਾ ਕੀਤੀ ਸੀ 8ਵੀਂ ਜਮਾਤ ਦੇ ਪਾਠ ਨੰਬਰ 3 ਦੇ ਬਾਰੇ 'ਚ ਖਣਿਜ ਪਦਾਰਥਾਂ ਦੇ ਬਾਰੇ 'ਚ। ਉਸ ਦੇ ਵਿੱਚ ਕੁਝ ਖਣਿਜ ਪਦਾਰਥਾਂ ਦੇ ਬਾਰੇ 'ਚ ਅਸੀਂ ਵਿਸਤਾਰ ਦੇ ਵਿੱਚ ਚਰਚਾ ਕੀਤੀ ਸੀ ਜੋ ਕਿ ਕੁਝ ਜ਼ਿਆਦਾ ਇੰਪੋਰਟੈਂਟ ਸਨ। ਅੱਜ ਅਸੀਂ ਚਰਚਾ ਕਰ ਰਹੇ ਹਾਂ ਅਗਲੇ ਪਾਠ ਦੇ ਵਿੱਚ ਪਰਮਾਣੂ ਖਣਿਜ ਪਦਾਰਥਾਂ ਬਾਰੇ। ਪਰਮਾਣੂ ਖਣਿਜ ਪਦਾਰਥ ਜਿਨ੍ਹਾਂ ਨੂੰ ਐਟੋਮਿਕ ਮਿਨਰਲਸ ਕਿਹਾ ਜਾਂਦਾ ਹੈ। ਪਰਮਾਣੂ ਖਣਿਜ ਪਦਾਰਥਾਂ ਦੀ ਸ਼੍ਰੇਣੀ ਦੇ ਵਿੱਚ ਯੂਰੇਨੀਅਮ, ਥੋਰੀਅਮ, ਬੇਰੀਅਮ, ਲਿਥੀਅਮ ਅਤੇ ਜ਼ਰਕੋਨੀਅਮ ਵਰਗੇ ਜੋ ਖਣਿਜ ਪਦਾਰਥ ਹਨ ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਜਿਹੜੀ ਊਰਜਾ ਇਹਨਾਂ ਖਣਿਜ ਪਦਾਰਥਾਂ ਤੋਂ ਪੈਦਾ ਕੀਤੀ ਜਾਂਦੀ ਹੈ ਉਸ ਨੂੰ ਪਰਮਾਣੂ ਊਰਜਾ ਦਾ ਨਾਮ ਦਿੱਤਾ ਜਾਂਦਾ ਹੈ। ਪਰਮਾਣੂ ਊਰਜਾ ਦੀ ਪੈਦਾਵਾਰ ਕਰਨ ਵਾਸਤੇ ਇਹਨਾਂ ਪਦਾਰਥਾਂ ਦੀ ਮੌਜੂਦਗੀ ਅਤੇ ਤਕਨੀਕੀ ਗਿਆਨ ਦੇ ਸਾਧਨਾਂ ਦਾ ਵਿਕਾਸ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਅਜਿਹਾ ਨਹੀਂ ਹੈ ਕਿ ਇਹ ਜੋ ਖਣਿਜ ਪਦਾਰਥ ਹਨ ਇਹ ਕਿਸੇ ਦੇਸ਼ ਕੋਲ ਨਹੀਂ ਹਨ। ਜ਼ਰੂਰਤ ਹੈ ਇਹਨਾਂ ਖਣਿਜ ਪਦਾਰਥਾਂ ਨੂੰ ਸੋਧ ਕਰਕੇ ਇਹਨਾਂ ਨੂੰ ਬਹੁਤ ਜ਼ਿਆਦਾ ਐਡਵਾਂਸ ਟੈਕਨੋਲੋਜੀ ਦੇ ਨਾਲ ਇਹਨਾਂ ਖਣਿਜ ਪਦਾਰਥਾਂ ਦੀ ਵਰਤੋਂ ਕਰਕੇ ਇਹਨਾਂ ਤੋਂ ਜੋ ਵੀ ਊਰਜਾ ਜਾਂ ਕੁਝ ਹੋਰ ਅਸੀਂ ਪੈਦਾ ਕਰਨਾ ਹੈ ਉਸ ਦੇ ਲਈ ਬਹੁਤ ਜ਼ਿਆਦਾ ਐਡਵਾਂਸ ਲੈਵਲ ਦੀ ਟੈਕਨੀਕ ਦੀ ਜ਼ਰੂਰਤ ਸਾਨੂੰ ਪੈਂਦੀ ਹੈ। ਇਸ ਟੈਕਨੋਲੋਜੀ ਦੇ ਵਿੱਚ ਮਹਾਰਤ ਰੱਖਦੇ ਦੇਸ਼ ਜਿਵੇਂ ਕਿ USA, ਰੂਸ, ਜਾਪਾਨ, UK ਅਤੇ ਭਾਰਤ ਵਰਗੇ ਦੇਸ਼ਾਂ ਵਿੱਚ ਪਰਮਾਣੂ ਸ਼ਕਤੀ ਕੇਂਦਰ ਯਾਨੀ ਕਿ ਪਰਮਾਣੂ ਬਿਜਲੀ ਘਰ ਵੀ ਸਥਾਪਿਤ ਕੀਤੇ ਗਏ ਹਨ। USA ਸੰਸਾਰ ਦਾ ਸਭ ਤੋਂ ਵੱਡਾ ਯੂਰੇਨੀਅਮ ਪੈਦਾ ਕਰਨ ਵਾਲਾ ਦੇਸ਼ ਹੈ। ਇਸ ਨੂੰ ਜੋ ਡੇਟਾ ਹੈ ਹਰ ਸਾਲ ਸ਼ਿਫਟ ਹੁੰਦਾ ਰਹਿੰਦਾ ਹੈ, ਕਦੇ ਕੈਨੇਡਾ, ਕਦੇ ਦੱਖਣੀ ਅਫਰੀਕਾ ਔਰ ਕਦੇ ਆਸਟ੍ਰੇਲੀਆ। ਜੋ ਲੇਟੈਸਟ ਡੇਟਾ ਹੈ ਉਸ ਦੇ ਅਕੋਰਡਿੰਗ ਕੈਨੇਡਾ ਅਤੇ ਕਜ਼ਾਕਿਸਤਾਨ ਵਰਗੇ ਦੇਸ਼ਾਂ ਨੇ USA ਨੂੰ ਸਰ ਕਰ ਲਿਆ ਹੈ। ਆਸਟ੍ਰੇਲੀਆ, ਜਰਮਨੀ, ਜਾਪਾਨ ਆਦਿ ਯੂਰੇਨੀਅਮ ਪੈਦਾ ਕਰਨ ਵਾਲੇ ਕੁਝ ਹੋਰ ਦੇਸ਼ ਹਨ। ਥੋਰੀਅਮ ਬ੍ਰਾਜ਼ੀਲ, ਆਸਟ੍ਰੇਲੀਆ, ਮਲੇਸ਼ੀਆ, ਸ਼੍ਰੀਲੰਕਾ ਅਤੇ ਭਾਰਤ ਵਰਗੇ ਦੇਸ਼ਾਂ ਦੁਆਰਾ ਵੀ ਪੈਦਾ ਕੀਤਾ ਜਾਂਦਾ ਹੈ। ਭਾਰਤ ਵਿੱਚ ਪਰਮਾਣੂ ਪਦਾਰਥਾਂ ਦੀ ਪੈਦਾਵਾਰ ਕੁਝ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ। ਯੂਰੇਨੀਅਮ, ਸਿੰਘਭੂਮ, ਹਜ਼ਾਰੀਬਾਗ ਇਹ ਝਾਰਖੰਡ ਦੇ ਵਿੱਚ ਪੈਂਦੇ ਹਨ। ਗਿਆ ਬਿਹਾਰ ਦੇ ਵਿੱਚ, ਸਹਾਰਨਪੁਰ ਉੱਤਰ ਪ੍ਰਦੇਸ਼ ਦੇ ਵਿੱਚ ਅਤੇ ਉਦੈਪੁਰ ਰਾਜਸਥਾਨ ਦੇ ਵਿੱਚ ਪੈਂਦੇ ਕੁਝ ਇਲਾਕੇ ਹਨ ਜਿੱਥੇ ਕਿ ਯੂਰੇਨੀਅਮ ਦੀ ਪੈਦਾਵਾਰ ਹੁੰਦੀ ਹੈ। ਯੂਰੇਨੀਅਮ ਦਾ ਜੋ ਔਰ ਹੈ ਕੱਚਾ ਜੋ ਯੂਰੇਨੀਅਮ ਧਰਤੀ ਦੇ ਵਿੱਚੋਂ ਸਾਨੂੰ ਕੁਝ ਇਸ ਤਰ੍ਹਾਂ ਨਾਲ ਪ੍ਰਾਪਤ ਹੁੰਦਾ ਹੈ। ਇਹ ਇੱਕ ਬਹੁਤ ਹੀ ਜ਼ਿਆਦਾ ਰੇਡੀਓ ਐਕਟਿਵ ਪਦਾਰਥ ਹੁੰਦਾ ਹੈ ਜਿਸ ਨੂੰ ਕਿ ਕੱਚੇ ਤੌਰ 'ਤੇ ਮਿਲਣ ਤੋਂ ਬਾਅਦ ਇਸ ਨੂੰ ਕਾਫੀ ਜ਼ਿਆਦਾ ਸੋਧ ਦੀ ਜ਼ਰੂਰਤ ਹੁੰਦੀ ਹੈ। ਆਪਾਂ ਪਿੱਛੇ ਗੱਲ ਕਰ ਚੁੱਕੇ ਹਾਂ ਇਸ ਦੇ ਲਈ ਇੱਕ ਬਹੁਤ ਜ਼ਿਆਦਾ ਐਡਵਾਂਸ ਲੈਵਲ ਦੀ ਇੱਕ ਟੈਕਨੋਲੋਜੀ ਦੀ ਜ਼ਰੂਰਤ ਹੁੰਦੀ ਹੈ। ਇਸ ਨੂੰ ਸੋਧ ਤੋਂ ਬਾਅਦ ਕੁਝ ਇਸ ਤਰ੍ਹਾਂ ਦਾ ਯੂਰੇਨੀਅਮ ਪ੍ਰਾਪਤ ਹੁੰਦਾ ਹੈ ਜਿਹੜਾ ਕਿ ਐਨਰਿਚਮੈਂਟ ਕਰਨ ਤੋਂ ਬਾਅਦ ਕਾਫੀ ਜ਼ਿਆਦਾ ਐਡਵਾਂਸ ਟੈਕਨੋਲੋਜੀ ਦੇ ਬਾਅਦ ਇਹ ਸਾਨੂੰ ਪ੍ਰਾਪਤ ਹੁੰਦਾ ਹੈ। ਯੂਰੇਨੀਅਮ 3 ਤਰ੍ਹਾਂ ਦਾ ਹੁੰਦਾ ਹੈ, U-234, U-235 ਅਤੇ U-238। ਇਹਨਾਂ ਦੇ ਵਿੱਚੋਂ ਯੂਰੇਨੀਅਮ 235 ਨੂੰ ਹੀ ਕਾਫੀ ਜ਼ਿਆਦਾ ਐਡਵਾਂਸਮੈਂਟ ਤੋਂ ਬਾਅਦ ਬਿਜਲੀ ਬਣਾਉਣ ਦੇ ਵਿੱਚ ਵਰਤਿਆ ਜਾਂਦਾ ਹੈ। ਇੱਥੇ ਤੁਸੀਂ ਨਕਸ਼ੇ ਦੇ ਜ਼ਰੀਏ ਦੇਖ ਸਕਦੇ ਹੋ ਕਿ ਜੋ ਰੈੱਡ ਕਲਰ ਦੇ ਵਿੱਚ ਮਾਰਕ ਕੀਤੇ ਹੋਏ ਨਿਸ਼ਾਨ ਹਨ ਉਹ ਦਿਖਾਉਂਦੇ ਹਨ ਜਿੱਥੇ ਥੋਰੀਅਮ ਹੈ ਅਤੇ ਜੋ ਬਲੂ ਕਲਰ ਦੇ ਵਿੱਚ ਮਾਰਕ ਕੀਤੇ ਹੋਏ ਨਿਸ਼ਾਨ ਹਨ ਉਹ ਸਾਨੂੰ ਦਿਖਾਉਂਦੇ ਹਨ ਜਿੱਥੋਂ ਸਾਨੂੰ ਯੂਰੇਨੀਅਮ ਪ੍ਰਾਪਤ ਹੁੰਦਾ ਹੈ। ਸਾਰੇ ਹੀ ਵਿਦਿਆਰਥੀ ਇਸ ਨਕਸ਼ੇ ਦੀ ਮਦਦ ਨਾਲ ਅਤੇ ਆਪਣੀ ਕਿਤਾਬ ਦੇ ਵਿੱਚ ਬਣੇ ਹੋਏ ਨਕਸ਼ੇ ਦੀ ਮਦਦ ਦੇ ਨਾਲ ਇਹਨਾਂ ਸਥਾਨਾਂ ਨੂੰ ਆਪਣੇ ਖਾਲੀ ਨਕਸ਼ੇ ਦੇ ਵਿੱਚ ਮਾਰਕ ਕਰਨ ਕਿਉਂਕਿ ਇਹ ਪੇਪਰ ਦੇ ਹਿਸਾਬ ਨਾਲ ਕਾਫੀ ਜ਼ਿਆਦਾ ਇੰਪੋਰਟੈਂਟ ਇਨਫੋਰਮੇਸ਼ਨ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਥੋਰੀਅਮ ਦੀ। ਥੋਰੀਅਮ ਕੇਰਲਾ, ਝਾਰਖੰਡ, ਬਿਹਾਰ, ਰਾਜਸਥਾਨ ਅਤੇ ਤਾਮਿਲਨਾਡੂ ਵਰਗੇ ਰਾਜਾਂ ਦੇ ਵਿੱਚੋਂ ਨਿਕਲਦਾ ਹੈ। ਥੋਰੀਅਮ ਦਾ ਜੋ ਔਰ ਹੈ ਉਹ ਕੁਝ ਇਸ ਤਰ੍ਹਾਂ ਦਾ ਸਾਨੂੰ ਧਰਤੀ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਜਿਸ ਨੂੰ ਕਿ ਕਾਫੀ ਜ਼ਿਆਦਾ ਐਨਰਿਚਮੈਂਟ ਤੋਂ ਬਾਅਦ ਵਰਤੋਂ ਦੇ ਯੋਗ ਉਸ ਨੂੰ ਬਣਾਇਆ ਜਾਂਦਾ ਹੈ ਤਾਂ ਕਿ ਇਸ ਦੀ ਵਰਤੋਂ ਕਰਕੇ ਫਿਰ ਅਸੀਂ ਜੋ ਬਿਜਲੀ ਪੈਦਾ ਕਰਨ ਵਰਗੇ ਕੰਮ ਹਨ ਉਹਨਾਂ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾ ਸਕੇ। ਇੱਕ ਵਾਰ ਫਿਰ ਨਕਸ਼ੇ ਦੇ ਜ਼ਰੀਏ ਤੁਸੀਂ ਸਮਝ ਲਵੋ ਕਿ ਜੋ ਰੈੱਡ ਕਲਰ ਦੇ ਵਿੱਚ ਹੇਠਾਂ ਕੇਰਲਾ ਦੇ ਸਮੁੰਦਰੀ ਤੱਟ ਦੇ ਨਾਲ ਅਤੇ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਜੋ ਤੱਟ ਹੈ ਇਸ ਦੇ ਨਾਲ ਲੱਗਦੇ ਇਲਾਕਿਆਂ ਨੂੰ ਮਾਰਕ ਕੀਤਾ ਗਿਆ ਹੈ। ਇੱਥੋਂ ਸਾਨੂੰ ਥੋਰੀਅਮ ਕਾਫੀ ਭਾਰੀ ਮਾਤਰਾ ਦੇ ਵਿੱਚ ਪ੍ਰਾਪਤ ਹੁੰਦਾ ਹੈ। ਕੇਰਲਾ ਦੇ ਸਮੁੰਦਰੀ ਕੰਢਿਆਂ ਦੇ ਉੱਪਰ ਮਿਲਣ ਵਾਲੇ ਰੇਤ ਦੇ ਵਿੱਚੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਥੋਰੀਅਮ ਦੇ ਭੰਡਾਰ ਐਸਟੀਮੇਟ ਕੀਤੇ ਜਾ ਚੁੱਕੇ ਹਨ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਲਿਥੀਅਮ ਦੀ। ਲਿਥੀਅਮ ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਕੇਰਲਾ ਰਾਜ ਵਿੱਚੋਂ ਪ੍ਰਾਪਤ ਹੁੰਦਾ ਹੈ।
ਲਿਥੀਅਮ ਦਾ ਜੋ ਔਰ ਹੈ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ। ਇਸ ਨੂੰ ਰੇਅਰ ਅਰਥ ਮੈਟਲ ਦੇ ਵਿੱਚ ਕਾਊਂਟ ਕੀਤਾ ਜਾਂਦਾ ਹੈ। ਲਿਥੀਅਮ ਦੀ ਜੇਕਰ ਵਰਤੋਂ ਦੀ ਗੱਲ ਕਰੀਏ ਤਾਂ ਇਸ ਦੀ ਵਰਤੋਂ ਬਹੁਤ ਵੱਡੇ ਪੱਧਰ 'ਤੇ ਹੁੰਦੀ ਹੈ। ਈਵਨ ਕਿ ਜੋ ਤੁਹਾਡੇ ਹੱਥਾਂ ਦੇ ਵਿੱਚ ਫ਼ੋਨ ਜਾਂ ਲੈਪਟਾਪ ਜਿਸ ਦੇ ਜ਼ਰੀਏ ਤੁਸੀਂ ਇਹ ਵੀਡੀਓ ਦੇਖ ਰਹੇ ਹੋ, ਉਸ ਦੇ ਵਿੱਚ ਬਣੀ ਹੋਈ ਬੈਟਰੀ ਜਾਂ ਫਿਰ ਜਿੱਥੇ ਵੀ ਕਿਤੇ ਬੈਟਰੀਜ਼ ਦੀ ਵਰਤੋਂ ਹੁੰਦੀ ਹੈ, ਉਹਨਾਂ ਦੇ ਵਿੱਚ ਲਿਥੀਅਮ ਆਇਨ ਬੈਟਰੀਜ਼ ਦਾ ਯੂਜ਼ ਕੀਤਾ ਜਾਂਦਾ ਹੈ। ਇਹ ਇੱਕ ਅਜਿਹੀ ਧਾਤੂ ਹੈ ਜਿਸ ਦੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਾਰੀ ਮੰਗ ਹੋਣ ਵਾਲੀ ਹੈ, ਕਿਉਂਕਿ ਅਸੀਂ ਸੁਣ ਰਹੇ ਹਾਂ ਕਿ ਬਹੁਤ ਸਾਰੇ ਜੋ ਆਟੋਮੋਬਾਈਲਸ ਨੇ, ਜੋ ਵਹੀਕਲ ਨੇ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬੈਟਰੀਜ਼ 'ਤੇ ਚੱਲਣ ਵਾਲੇ ਸਾਨੂੰ ਦਿਖਾਈ ਦਿਆ ਕਰਨਗੇ। ਕੁਝ ਅਜੇ ਵੀ ਨੇ, ਬਟ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਜ਼ਿਆਦਾ। ਤਾਂ ਇਸ ਬੈਟਰੀਜ਼ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੋਏਗਾ ਲਿਥੀਅਮ। ਲਿਥੀਅਮ ਜਿਸ ਵੀ ਦੇਸ਼ ਕੋਲੇ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਹੋਵੇਗਾ, ਉਹ ਦੇਸ਼ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਵਿੱਚ ਮੋਹਰੀ ਅਖਵਾਵੇਗਾ। ਇਸ ਧਾਤੂ ਦੇ ਸੰਬੰਧ ਦੇ ਵਿੱਚ ਅਜਿਹਾ ਕਿਹਾ ਜਾ ਸਕਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਇਹਦੀ ਕੋਈ ਜ਼ਿਆਦਾ ਵੱਡੀ ਕਾਸ਼ਤ ਹਜੇ ਤੱਕ ਨਹੀਂ ਹੋ ਰਹੀ ਹੈ। ਸਾਡੇ ਦੇਸ਼ ਦੇ ਵਿੱਚ ਇਸ ਧਾਤੂ ਦੇ ਕੋਈ ਵੱਡੇ ਭੰਡਾਰ ਨਹੀਂ ਹਨ। ਲਿਥੀਅਮ ਆਇਨ ਜਾਂ ਹੋਰ ਜੋ ਰੇਅਰ ਅਰਥ ਮੈਟਲ ਵਰਗੀਆਂ ਧਾਤੂਆਂ ਹਨ, ਉਹ ਚਾਈਨਾ ਅਤੇ ਨਾਰਥ ਕੋਰੀਆ ਵਰਗੇ ਦੇਸ਼ਾਂ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਮਿਲਦੀਆਂ ਹਨ, ਜਿਸ ਦੀ ਵਰਤੋਂ ਕਰਕੇ ਇਹ ਦੇਸ਼ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਮੋਹਰੀ ਅਖਵਾਉਣਗੇ। ਸਾਡੇ ਦੇਸ਼ ਦੇ ਵਿੱਚ ਜੋ ਥੋੜ੍ਹਾ ਬਹੁਤ ਜਿੱਥੋਂ ਕਿਤੋਂ ਲਿਥੀਅਮ ਮਿਲਦਾ ਹੈ, ਉਸ ਦਾ ਅਸੀਂ ਜ਼ਿਕਰ ਕਰ ਚੁੱਕੇ ਹਾਂ। ਆਪਣੀ ਕਿਤਾਬ ਵਿੱਚ ਦਿੱਤੇ ਹੋਏ ਨਕਸ਼ੇ ਅਤੇ ਇੱਥੇ ਪਹਿਲਾਂ ਦਿਖਾਏ ਹੋਏ ਨਕਸ਼ਿਆਂ ਦੀ ਮਦਦ ਦੇ ਨਾਲ ਤੁਸੀਂ ਉਹਨਾਂ ਜਗ੍ਹਾਵਾਂ ਨੂੰ ਮਾਰਕ ਕਰ ਸਕਦੇ ਹੋ। ਗੱਲ ਕਰਦੇ ਹਾਂ ਪਰਮਾਣੂ ਖਣਿਜ ਪਦਾਰਥਾਂ ਦੀ ਵਰਤੋਂ ਦੀ। ਇਹ ਤੁਹਾਡੇ ਸਾਹਮਣੇ ਇੱਕ ਪਰਮਾਣੂ ਬਿਜਲੀ ਘਰ ਦਾ ਫੋਟੋਗ੍ਰਾਫ ਹੈ। ਇਸ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਜੋ ਪਰਮਾਣੂ ਖਣਿਜ ਪਦਾਰਥ ਹਨ, ਜਿਵੇਂ ਕਿ ਯੂਰੇਨੀਅਮ, ਥੋਰੀਅਮ ਵਰਗੇ, ਉਹਨਾਂ ਦੀ ਵਰਤੋਂ ਦੇ ਨਾਲ ਅਸੀਂ ਬਹੁਤ ਵੱਡੇ ਪੱਧਰ 'ਤੇ ਬਿਜਲੀ ਪੈਦਾ ਕਰ ਸਕਦੇ ਹਾਂ। ਇੱਥੇ ਇਹ ਗੱਲ ਵੀ ਨੋਟ ਕਰਨ ਯੋਗ ਹੈ ਕਿ ਇਹਨਾਂ ਬਿਜਲੀ ਘਰਾਂ ਨੂੰ ਚਲਾਉਣ ਦੇ ਲਈ ਬਹੁਤ ਘੱਟ ਬਾਲਣ ਦੀ ਜ਼ਰੂਰਤ ਪਵੇਗੀ। ਜਿਵੇਂ ਕਿ ਬਹੁਤ ਥੋੜ੍ਹੀ ਮਾਤਰਾ ਦੇ ਵਿੱਚ ਯੂਰੇਨੀਅਮ ਉਹ ਕੰਮ ਕਰ ਜਾਵੇਗਾ ਜੋ ਸਾਨੂੰ ਕਈ ਹਜ਼ਾਰਾਂ ਟਨ ਕੋਲਾ ਬਾਲਣ ਤੋਂ ਬਾਅਦ ਮਿਲਦਾ ਹੈ। ਇੱਕ ਹੋਰ ਵਰਤੋਂ ਹੈ ਸਰੀਰਕ ਜੋ ਮੈਡੀਕਲ ਸਾਇੰਸ ਹੈ, ਉਸ ਦੇ ਵਿੱਚ ਤੁਹਾਡੇ ਸਾਹਮਣੇ ਇੱਕ MRI ਮਸ਼ੀਨ ਹੈ। ਇਹ ਵੀ ਇੱਕ ਰੇਡੀਓ ਐਕਟਿਵ ਥਿਊਰੀਜ਼ ਦੇ ਉੱਪਰ ਕੰਮ ਕਰਦੀ ਹੈ। ਇਸ ਦੇ ਉੱਪਰ ਵੀ ਜੋ ਰੇਡੀਓ ਐਕਟਿਵ ਖਣਿਜ ਪਦਾਰਥ ਹਨ, ਉਹਨਾਂ ਦੀ ਵਰਤੋਂ ਦੇ ਨਾਲ ਹੀ ਇਹ ਮਸ਼ੀਨਾਂ ਨੂੰ ਆਪਰੇਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ 'ਤੇ ਕੁਝ ਹੋਰ ਮਾਰੂ ਪ੍ਰਭਾਵ ਵੀ ਤੁਹਾਡੇ ਸਾਹਮਣੇ ਹਨ, ਜਿਵੇਂ ਕਿ ਇਹ ਤਸਵੀਰ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ। ਇਹ ਦੋ ਪਰਮਾਣੂ ਬੰਬ ਹਨ ਜੋ ਕਿ ਅਮਰੀਕਾ ਨੇ 1945 ਦੇ ਵਿੱਚ ਜਾਪਾਨ ਦੇ ਉੱਪਰ ਸੁੱਟੇ ਸਨ, ਜਿਸ ਦੇ ਵਿੱਚ ਲਿਟਲ ਬॉय ਅਤੇ ਫੈਟਮੈਨ ਨਾਂ ਦੇ ਦੋ ਬੰਬ ਸਨ, ਜੋ ਕਿ 9 ਅਗਸਤ ਅਤੇ 6 ਅਗਸਤ ਨੂੰ ਅਗਲੇ ਮਹੀਨੇ ਦੇ ਵਿੱਚ ਅਸੀਂ ਇਹਨਾਂ ਦੀ ਵਰ੍ਹੇਗੰਢ ਮਨਾਵਾਂਗੇ। ਉਸ ਸਮੇਂ ਇਹ ਹਿਰੋਸ਼ੀਮਾ ਅਤੇ ਨਾਗਾਸਾਕੀ ਜਾਪਾਨ ਦੇ ਦੋ ਸ਼ਹਿਰਾਂ ਦੇ ਉੱਪਰ ਸੁੱਟੇ ਗਏ ਸਨ, ਜਿਸ ਦੇ ਵਿੱਚ ਇਮੀਡੀਏਟਲੀ ਸੁੱਟਣ ਤੋਂ ਕੁਝ ਹੀ ਸਮੇਂ ਦੇ ਬਾਅਦ ਲੱਖਾਂ ਲੋਕਾਂ ਦੀ ਇੱਕ ਹੀ ਝਟਕੇ ਦੇ ਵਿੱਚ ਮੌਤ ਹੋ ਗਈ। ਇਹ ਪਰਮਾਣੂ ਜੋ ਖਣਿਜ ਪਦਾਰਥ ਹਨ, ਉਹਨਾਂ ਦੀ ਦੁਰਵਰਤੋਂ ਦਾ ਸਿੱਟਾ ਹੈ। ਸਾਡੇ ਅਜੋਕੇ ਸਮਾਜ ਨੂੰ ਚਾਹੀਦਾ ਹੈ ਕਿ ਅਸੀਂ ਪਰਮਾਣੂ ਖਣਿਜ ਪਦਾਰਥਾਂ ਦੀ ਜੋ ਵਰਤੋਂ ਹੈ ਉਹ ਆਪਣੀ ਸਹੀ ਸਮਝ ਦੇ ਮੁਤਾਬਕ ਕਰੀਏ, ਨਾ ਕਿ ਅਜਿਹੇ ਮਾਰੂ ਪ੍ਰਭਾਵ ਦੇ ਜ਼ਰੀਏ ਅਸੀਂ ਇਸ ਦੀ ਵਰਤੋਂ ਕਰੀਏ। ਅਜਿਹਾ ਸਾਰੇ ਹੀ ਦੇਸ਼ਾਂ ਦੇ ਵਿੱਚ ਇੱਕ ਹੋੜ ਲੱਗੀ ਹੋਈ ਹੈ ਕਿ ਕਿਹੜੇ ਦੇਸ਼ ਕੋਲ ਜ਼ਿਆਦਾ ਪਰਮਾਣੂ ਹਥਿਆਰ ਹੋਣਗੇ। ਇਹ ਇੱਕ ਬਹੁਤ ਖਤਰਨਾਕ ਟ੍ਰੈਂਡ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੂਰੀ ਮਨੁੱਖਤਾ ਦੇ ਉੱਪਰ ਜੋ ਖਤਰੇ ਦੇ ਬੱਦਲ ਨੇ ਉਹ ਘੁੰਮਣੇ ਸ਼ੁਰੂ ਹੋ ਜਾਣਗੇ। ਸਾਨੂੰ ਅਜਿਹੀ ਪ੍ਰਵਿਰਤੀ ਨੂੰ ਰੋਕ ਲਾਉਣੀ ਚਾਹੀਦੀ ਹੈ। ਜੇਕਰ ਅਸੀਂ ਖਣਿਜ ਪਦਾਰਥ ਜੋ ਕਿ ਪਰਮਾਣੂ ਖਣਿਜ ਪਦਾਰਥ ਹਨ, ਉਹਨਾਂ ਦੀ ਵਰਤੋਂ ਕਰਨੀ ਹੈ ਤਾਂ ਸਹੀ ਅਤੇ ਸੁਚੱਜੇ ਢੰਗ ਨਾਲ ਉਹਨਾਂ ਦੀ ਵਰਤੋਂ ਕਰੀਏ। ਹੁਣ ਅਸੀਂ ਚਰਚਾ ਕਰਦੇ ਹਾਂ ਊਰਜਾ ਦੇ ਸਾਧਨਾਂ ਦੇ ਬਾਰੇ 'ਚ। ਊਰਜਾ ਦੇ ਸਾਧਨ ਮਨੁੱਖ ਨੂੰ ਅਲੱਗ-ਅਲੱਗ ਕੰਮਾਂ ਵਾਸਤੇ ਊਰਜਾ ਦੇ ਸਾਧਨਾਂ ਦੀ ਜ਼ਰੂਰਤ ਪੈਂਦੀ ਹੈ, ਜਿਸ ਦੇ ਵਿੱਚ ਅਸੀਂ ਮਨੁੱਖ ਦੇ ਘਰ ਦੇ ਚੁੱਲ੍ਹੇ ਤੋਂ ਲੈ ਕੇ ਵੱਡੇ ਉਦਯੋਗ ਚਲਾਉਣ ਵਾਸਤੇ ਊਰਜਾ ਦੀ ਜ਼ਰੂਰਤ ਨੂੰ ਅਸੀਂ ਆਮ ਹੀ ਮਹਿਸੂਸ ਕਰਦੇ ਹਾਂ। ਤੁਹਾਨੂੰ ਸਾਰੇ ਬੱਚਿਆਂ ਨੂੰ ਪਤਾ ਹੋਵੇਗਾ ਕਿ ਅਸੀਂ ਜੇਕਰ ਘਰ ਦੇ ਵਿੱਚ ਅੱਗ ਵੀ ਬਾਲਦੇ ਹਾਂ ਤਾਂ ਉਹਦੇ ਲਈ ਵੀ ਸਾਨੂੰ ਊਰਜਾ ਦੇ ਸਾਧਨਾਂ ਦੀ ਜ਼ਰੂਰਤ ਹੈ। ਜੇਕਰ ਕੋਈ ਵੱਡੀ ਫੈਕਟਰੀ ਤੁਹਾਡੇ ਆਲੇ ਦੁਆਲੇ ਚੱਲ ਰਹੀ ਹੈ ਤਾਂ ਉਸ ਦੇ ਲਈ ਵੀ ਊਰਜਾ ਦੀ ਜ਼ਰੂਰਤ ਹੈ। ਊਰਜਾ ਦੇ ਲਈ ਸਾਧਨ ਕੁਝ ਅਜਿਹੇ ਹਨ ਜਿਨ੍ਹਾਂ ਦੀ ਵਰਤੋਂ ਮਨੁੱਖ ਕਾਫੀ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹੈ। ਇਹਨਾਂ ਸਾਧਨਾਂ ਦੇ ਵਿੱਚ ਕੋਲਾ, ਤੇਲ, ਕੁਦਰਤੀ ਗੈਸ ਅਤੇ ਬਿਜਲੀ ਆਦਿ ਮੁੱਖ ਹਨ, ਜਿਨ੍ਹਾਂ ਨੂੰ ਅਸੀਂ ਊਰਜਾ ਦੇ ਰਵਾਇਤੀ ਸਾਧਨ ਜਾਂ ਕਨਵੈਨਸ਼ਨਲ ਸੋਰਸ ਆਫ ਐਨਰਜੀ ਆਖਦੇ ਹਾਂ। ਦੂਸਰੇ ਪਾਸੇ ਮਨੁੱਖ ਹੁਣ ਹੋਰ ਸਾਧਨਾਂ ਦੀ ਵਰਤੋਂ ਕਰਨ ਲੱਗਾ ਹੈ ਜਾਂ ਲਗਾਤਾਰ ਉਹਨਾਂ ਦੀ ਭਾਲ ਵਿੱਚ ਜੁਟਿਆ ਹੋਇਆ ਹੈ। ਇਹ ਸ਼ਕਤੀ ਸਾਧਨ ਸਸਤੇ, ਨਵੇਂ ਅਤੇ ਦੁਬਾਰਾ ਪੈਦਾ ਹੋ ਸਕਣ
ਵਾਲੇ ਅਤੇ ਪ੍ਰਦੂਸ਼ਣ ਰਹਿਤ ਹੋਣ ਦੇ ਗੁਣਾਂ ਕਾਰਨ ਭਰਪੂਰ ਹਨ। ਇਹਨਾਂ ਨੂੰ ਅਸੀਂ ਨਵੇਂ ਸਾਧਨ ਆਖਦੇ ਹਾਂ, ਨੌਨ ਕਨਵੈਨਸ਼ਨਲ ਸੋਰਸ ਆਫ ਐਨਰਜੀ ਵੀ ਆਖਦੇ ਹਾਂ। ਇਹਨਾਂ ਵਿੱਚ ਸੂਰਜੀ ਊਰਜਾ, ਪੌਣ ਸ਼ਕਤੀ, ਸਮੁੰਦਰੀ ਲਹਿਰਾਂ, ਜਵਾਰ ਭਾਟਾ ਸ਼ਕਤੀ ਅਤੇ ਧਰਤੀ ਹੇਠਲੀ ਤਾਪ ਊਰਜਾ, ਗੋਬਰ ਗੈਸ ਊਰਜਾ ਅਤੇ ਹੋਰ ਵਿਅਰਥ ਪਦਾਰਥਾਂ ਤੋਂ ਗੈਸ ਦੇ ਰੂਪ ਵਿੱਚ ਸ਼ਕਤੀ ਆਦਿ ਸ਼ਾਮਲ ਹਨ। ਅਸੀਂ ਇਹਨਾਂ ਊਰਜਾ ਸਾਧਨਾਂ ਬਾਰੇ ਇੱਥੇ ਸੰਖੇਪ ਵਿੱਚ ਚਰਚਾ ਕਰਨ ਜਾ ਰਹੇ ਹਾਂ। ਗੱਲ ਕਰਦੇ ਹਾਂ ਕੋਲੇ ਦੀ। ਕੋਲਾ ਜੋ ਕਿ ਕੁਝ ਦੇਖਣ ਵਿੱਚ ਇਸ ਤਰ੍ਹਾਂ ਦਾ ਹੁੰਦਾ ਹੈ ਅਤੇ ਇਸ ਦੀ ਵਰਤੋਂ ਦੇ ਲਈ ਕੁਝ ਇਸ ਤਰ੍ਹਾਂ ਦੇ ਸੀਨ ਸਾਡੇ ਸਾਹਮਣੇ ਆਉਂਦੇ ਹਨ। ਇਸ ਨੂੰ ਅਕਸਰ ਹੀ ਅਸੀਂ ਸ਼ਹਿਰ ਵਿੱਚ ਜੋ ਭੱਠੀਆਂ ਚੱਲਦੀਆਂ ਹਨ ਉਹਨਾਂ 'ਤੇ ਇਸ ਨੂੰ ਦੇਖਿਆ ਹੋਵੇਗਾ, ਜਾਂ ਫਿਰ ਇਸ ਦੇ ਲਈ ਹੋਰ ਜਿਹੜੇ ਦੂਸਰੇ ਸਾਧਨ ਹਨ ਉਹਨਾਂ 'ਤੇ ਸਾਨੂੰ ਇਸ ਦੀ ਵਰਤੋਂ ਹੁੰਦੀ ਦਿਖਾਈ ਦਿੰਦੀ ਹੈ। ਕੋਲਾ ਕਾਲੇ ਜਾਂ ਭੂਰੇ ਰੰਗ ਦਾ ਇੱਕ ਜੈਵਿਕ ਪਦਾਰਥ ਹੈ ਜਿਸ ਵਿੱਚ ਕਾਰਬਨ ਮੁੱਖ ਤੌਰ 'ਤੇ ਮੌਜੂਦ ਹੁੰਦਾ ਹੈ। ਇਹ ਇੱਕ ਜਲਨਸ਼ੀਲ ਪਦਾਰਥ ਹੈ, ਜਿਵੇਂ ਕਿ ਅਸੀਂ ਦੇਖਿਆ ਸੀ ਕਿ ਇਹ ਹੁਣੇ ਹੀ ਇੱਥੇ ਜਲ ਰਿਹਾ ਹੈ। ਇਸ ਨੂੰ ਤਾਪ ਜਾਂ ਰੌਸ਼ਨੀ ਜਾਂ ਦੋਵੇਂ ਕੰਮਾਂ ਦੇ ਵਿੱਚ ਪ੍ਰਯੋਗ ਵਿੱਚ ਲਿਆਂਦਾ ਜਾਂਦਾ ਹੈ। ਕੋਲਾ ਘਰੇਲੂ ਵਰਤੋਂ ਤੋਂ ਲੈ ਕੇ ਵੱਡੇ ਉਦਯੋਗ ਅਤੇ ਰੇਲ ਗੱਡੀਆਂ ਨੂੰ ਚਲਾਉਣ ਦੇ ਲਈ ਵਰਤਿਆ ਜਾਂਦਾ ਹੈ। ਕੋਲੇ ਦੀ ਵਰਤੋਂ ਤਾਪ ਘਰਾਂ ਵਿੱਚ ਬਿਜਲੀ ਬਣਾਉਣ ਵਾਸਤੇ ਕੀਤੀ ਜਾਂਦੀ ਹੈ। ਕੋਲੇ ਨੂੰ ਮੁੱਖ ਤੌਰ 'ਤੇ 4 ਕਿਸਮਾਂ ਵਿੱਚ ਵੰਡਿਆ ਜਾਂਦਾ ਹੈ। ਸਭ ਤੋਂ ਪਹਿਲਾਂ ਹੈ ਐਥਰੋਸਾਈਟ, ਫਿਰ ਬਿਟੂਮੈਨਸ ਅਤੇ ਲਿਗਨਾਈਟ ਅਤੇ ਲਾਸਟ ਦੇ ਵਿੱਚ ਪੀਟ। ਇਹਨਾਂ ਵਿੱਚ ਸਭ ਤੋਂ ਵਧੀਆ ਕਿਸਮ ਦਾ ਕੋਲਾ ਜੋ ਹੈ ਐਥਰੋਸਾਈਟ ਮੰਨਿਆ ਜਾਂਦਾ ਹੈ ਅਤੇ ਸਭ ਤੋਂ ਮਾੜੀ ਕਿਸਮ ਦਾ ਕੋਲਾ ਹੈ ਜੋ ਉਹ ਪੀਟ ਮੰਨਿਆ ਜਾਂਦਾ ਹੈ। ਕੋਲਾ ਧਰਤੀ ਦੇ ਹੇਠਾਂ ਤਹਿਦਾਰ ਚਟਾਨਾਂ ਵਿੱਚੋਂ ਮਿਲਦਾ ਹੈ। ਧਰਤੀ ਨੂੰ ਪੁੱਟ ਕੇ ਕੋਲੇ ਦੀਆਂ ਖਾਨਾਂ ਤੱਕ ਪਹੁੰਚਿਆ ਜਾਂਦਾ ਹੈ। ਕੋਲੇ ਦੀਆਂ ਖਾਨਾਂ ਦੇ ਅੰਦਰ ਕੰਮ ਕਰਨਾ ਬਹੁਤ ਹੀ ਖਤਰੇ ਭਰਿਆ ਕੰਮ ਹੁੰਦਾ ਹੈ। ਪੁਰਾਤਨ ਸਮੇਂ ਦੇ ਵਿੱਚ ਕੋਲੇ ਦੀਆਂ ਖਾਨਾਂ ਦੇ ਵਿੱਚ ਬਹੁਤ ਸਾਰੇ ਹਾਦਸੇ ਹੁੰਦੇ ਸਨ, ਜਿਸ ਦੇ ਵਿੱਚ ਕਈ ਹਜ਼ਾਰਾਂ ਮਜ਼ਦੂਰ ਮਾਰੇ ਜਾਂਦੇ ਸਨ। ਪਰ ਅੱਜ ਦੇ ਸਮੇਂ 'ਚ ਜੋ ਟੈਕਨੋਲੋਜੀ ਹੈ ਉਸ ਦੀ ਐਡਵਾਂਸਮੈਂਟ ਦੇ ਕਾਰਨ ਇਹਨਾਂ ਖਾਨਾਂ ਦੇ ਵਿੱਚ ਹੁਣ ਇੰਨੇ ਹਾਦਸੇ ਨਹੀਂ ਹੁੰਦੇ ਹਨ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚੋਂ ਕੋਲਾ ਮਿਲਦਾ ਹੈ। USA ਸੰਸਾਰ ਦਾ ਸਭ ਤੋਂ ਵੱਧ ਕੋਲਾ ਪੈਦਾ ਕਰਦਾ ਹੈ। ਚੀਨ, ਰੂਸ, ਪੋਲੈਂਡ, UK ਸੰਸਾਰ ਵਿੱਚ ਕ੍ਰਮਵਾਰ ਦੂਜੇ ਅਤੇ ਤੀਜੇ, ਚੌਥੇ ਅਤੇ 5ਵੇਂ ਸਥਾਨ 'ਤੇ ਹਨ। ਭਾਰਤ ਸੰਸਾਰ ਵਿੱਚ ਕੋਲੇ ਦੇ ਮਾਮਲੇ ਦੇ ਵਿੱਚ 6ਵੇਂ ਸਥਾਨ 'ਤੇ ਹੈ ਅਤੇ ਸੰਸਾਰ ਦਾ ਇਹ ਲਗਭਗ 4% ਕੋਲਾ ਉਤਪਾਦਨ ਕਰਦਾ ਹੈ। ਭਾਰਤ ਦੇ ਬਹੁਤ ਸਾਰੇ ਰਾਜਾਂ ਦੇ ਵਿੱਚੋਂ ਕੋਲਾ ਨਿਕਲਦਾ ਹੈ। ਝਾਰਖੰਡ ਰਾਜ ਕੋਲੇ ਦੇ ਭੰਡਾਰ ਅਤੇ ਕੋਲੇ ਦੀ ਪੈਦਾਵਾਰ ਦੋਵਾਂ ਦੇ ਵਿੱਚ ਪਹਿਲੇ ਸਥਾਨ 'ਤੇ ਆਉਂਦਾ ਹੈ। ਭਾਰਤ ਦਾ ਲਗਭਗ 23% ਕੋਲਾ ਝਾਰਖੰਡ ਪੈਦਾ ਕਰਦਾ ਹੈ। ਦਮਕਾ, ਹਜ਼ਾਰੀਬਾਗ, ਧੰਨਵਾਦ, ਪਲਾਮੂ ਝਾਰਖੰਡ ਰਾਜ ਦੇ ਪ੍ਰਮੁੱਖ ਕੋਲਾ ਖੇਤਰ ਹਨ। ਇਸ ਤੋਂ ਇਲਾਵਾ ਛੱਤੀਸਗੜ੍ਹ ਅਤੇ ਉੜੀਸਾ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਕੋਲੇ ਦਾ ਉਤਪਾਦਨ ਕਰਦੇ ਹਨ। ਕੋਰਵਾ, ਬੀਰਮਪੁਰ, ਲਖਨਪੁਰ, ਝਿਲਮਿਲੀ ਇਹ ਛੱਤੀਸਗੜ੍ਹ, ਸੰਬਲਪੁਰ, ਸੁੰਦਰਗੜ੍ਹ ਇਹ ਉੜੀਸਾ ਦੀਆਂ ਪ੍ਰਮੁੱਖ ਕੋਲਾ ਖਾਨਾਂ ਹਨ। ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਅਸਾਮ, ਬਿਹਾਰ ਅਤੇ ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਵਰਗੇ ਰਾਜਾਂ ਤੋਂ ਵੀ ਕਾਫੀ ਮਾਤਰਾ ਦੇ ਵਿੱਚ ਕੋਲਾ ਪ੍ਰਾਪਤ ਹੁੰਦਾ ਹੈ। ਮੇਘਾਲਿਆ ਦੇ ਵਿੱਚ ਜੋ ਕੋਲੇ ਦੀ ਇਲੀਗਲ ਮਾਈਨਿੰਗ ਹੁੰਦੀ ਹੈ, ਜਿਸ ਨੂੰ ਗੈਰ ਕਾਨੂੰਨੀ ਮਾਈਨਿੰਗ ਕਹਿੰਦੇ ਹਾਂ, ਇਸ ਨੂੰ ਰੈਟ ਮਾਈਨਿੰਗ ਆਖਦੇ ਹਾਂ। ਰੈਟ ਮਾਈਨਿੰਗ ਤੋਂ ਮੇਰਾ ਭਾਵ ਹੈ ਜੋ ਚੂਹਿਆਂ ਦੇ ਜੋ ਬਿੱਲ ਬਣਾਏ ਹੁੰਦੇ ਹਨ ਉਹਨਾਂ ਦੀ ਤਰ੍ਹਾਂ ਜੋ ਪਹਾੜ ਹਨ ਉਹਨਾਂ ਦੇ ਵਿੱਚ ਬਿੱਲ ਬਣਾਏ ਜਾਂਦੇ ਹਨ, ਜਿਸ ਦੇ ਵਿੱਚ ਛੋਟੇ ਬੱਚਿਆਂ ਨੂੰ ਇਲੀਗਲੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਈਨਿੰਗ ਕਰਨ ਦੇ ਲਈ ਭੇਜਿਆ ਜਾਂਦਾ ਹੈ। ਭਾਰਤ ਸਰਕਾਰ ਦੀ ਤਰਫੋਂ ਇਸ ਪ੍ਰਥਾ ਨੂੰ ਬੰਦ ਕੀਤਾ ਗਿਆ ਹੈ, ਪਰ ਫਿਰ ਵੀ ਕੁਝ ਲੋਕ ਹਨ ਜੋ ਕਾਨੂੰਨ ਦੀ ਉਲੰਘਣਾ ਕਰਕੇ ਅਜਿਹੀ ਮਾਈਨਿੰਗ ਕਰਦੇ ਹਨ। ਜੇਕਰ ਕੋਲੇ ਦੀ ਵਰਤੋਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਵਰਤੋਂ ਹੁੰਦੀ ਹੈ ਕੋਲੇ ਦੀ ਥਰਮਲ ਪਾਵਰ ਪਲਾਂਟ ਦੇ ਵਿੱਚ, ਯਾਨੀ ਕਿ ਕੋਲੇ ਦੇ ਉੱਪਰ ਚੱਲਣ ਵਾਲੇ ਬਿਜਲੀ ਘਰ। ਜਿਵੇਂ ਕਿ ਸਾਡੇ ਪੰਜਾਬ ਦੇ ਵਿੱਚ ਵੀ ਕਈ ਸਾਰੇ ਬਿਜਲੀ ਘਰ ਹਨ ਜੋ ਕੋਲੇ ਦੇ ਉੱਪਰ ਚੱਲਦੇ ਹਨ, ਜਿਨ੍ਹਾਂ ਦੇ ਵਿੱਚ ਪ੍ਰਸਿੱਧ ਹਨ ਲਹਿਰਾ ਮੁਹੱਬਤ ਅਤੇ ਬਣਾ ਵਾਲੀ। ਅਜਿਹੇ ਹੋਰ ਵੀ ਕਈ ਸਾਰੇ ਦੇਸ਼ ਦੇ ਵਿੱਚ ਅਜਿਹੇ ਪਲਾਂਟ ਲੱਗੇ ਹੋਏ ਹਨ। ਜਾਂ ਫਿਰ ਇਸ ਦੀ ਵਰਤੋਂ ਕੁਝ ਪੁਰਾਣੇ ਸਮੇਂ ਵਿੱਚ ਇਸ ਤਰ੍ਹਾਂ ਹੁੰਦੀ ਸੀ, ਜਿਵੇਂ ਕਿ ਤੁਸੀਂ ਇਹ ਦੇਖ ਰਹੇ ਹੋ, ਇੱਕ ਟ੍ਰੇਨ ਦਾ ਇੰਜਨ ਹੈ ਜੋ ਕਿ ਕੋਲੇ ਦੀ ਵਰਤੋਂ ਦੇ ਨਾਲ ਚਲਾਇਆ ਜਾਂਦਾ ਸੀਗਾ। ਪਰ ਅੱਜ ਕੱਲ੍ਹ ਯਾਦ ਰੱਖਣਾ ਹੈ, ਜ਼ਿਆਦਾਤਰ ਵਰਤੋਂ ਇਸ ਦੀ ਬਿਜਲੀ ਪੈਦਾ ਕਰਨ ਦੇ ਉਪਰਾਲਿਆਂ ਦੇ ਵਿੱਚ ਹੀ ਹੁੰਦੀ ਹੈ ਅਤੇ ਥਰਮਲ ਪਾਵਰਾਂ ਦੇ ਵਿੱਚ ਹੀ, ਥਰਮਲ ਪਾਵਰ ਪਲਾਂਟਸ ਨੇ ਜੋ, ਉੱਥੇ ਹੀ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਅਗਲੇ ਊਰਜਾ ਸਾਧਨ ਵੱਲ ਚੱਲਦੇ ਹਾਂ, ਜਿਸ ਦਾ ਨਾਮ ਹੈ ਪੈਟਰੋਲੀਅਮ ਜਾਂ ਖਣਿਜ ਪਦਾਰਥ, ਜੋ ਕਿ ਦੇਖਣ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਧਰਤੀ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ ਕੱਚਾ ਤੇਲ ਅਸੀਂ ਆਮ ਤੌਰ 'ਤੇ ਜਾਣਦੇ ਹਾਂ, ਜਿਸ ਨੂੰ ਕਦੇ ਅਸੀਂ ਨੇ ਸਿੱਧਾ ਨਹੀਂ ਦੇਖਿਆ ਹੋਵੇਗਾ। ਇਸ ਨੂੰ ਧਰਤੀ ਦੇ ਵਿੱਚੋਂ ਕੱਢਣ ਦੇ ਲਈ ਕੁਝ ਇਸ ਤਰ੍ਹਾਂ ਦੀ ਮਸ਼ੀਨਰੀਜ਼ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੇ ਬਾਰੇ 'ਚ ਅਸੀਂ ਅੱਗੇ ਚਰਚਾ ਕਰਨ ਜਾ ਰਹੇ ਹਾਂ।
ਜੋ ਪੈਟਰੋਲੀਅਮ ਹੈ ਇਹ ਧਰਤੀ ਦੀਆਂ ਤਹਿਦਾਰ ਚਟਾਨਾਂ ਦੇ ਵਿੱਚੋਂ ਨਿਕਲਦਾ ਹੈ, ਇਸ ਲਈ ਇਸ ਨੂੰ ਚਟਾਨੀ ਤੇਲ ਵੀ ਆਖਦੇ ਹਨ। ਅੱਜ ਦੇ ਮਸ਼ੀਨੀ ਯੁੱਗ ਦੇ ਵਿੱਚ ਪੈਟਰੋਲੀਅਮ ਪਦਾਰਥਾਂ ਦੀ ਖਾਸ ਮਹੱਤਤਾ ਹੈ। ਇਸ ਨੂੰ ਤਰਲ ਸੋਨੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਲਿਕੁਇਡ ਗੋਲਡ ਵੀ ਜਿਸ ਨੂੰ ਅਸੀਂ ਆਖਦੇ ਹਾਂ। ਪੈਟਰੋਲੀਅਮ ਦੀ ਵਰਤੋਂ ਨਿੱਕੀਆਂ ਮੋਟੀਆਂ ਚੀਜ਼ਾਂ ਤੋਂ ਲੈ ਕੇ, ਜੋ ਕਿ ਤੁਹਾਡੇ ਸਾਹਮਣੇ ਪਿਕਚਰ ਦੇ ਜ਼ਰੀਏ ਦਿਖਾਈਆਂ ਗਈਆਂ ਹਨ, ਇਹ ਸਾਰੀਆਂ ਚੀਜ਼ਾਂ ਪੈਟਰੋਲੀਅਮ ਦੇ ਵੱਖ-ਵੱਖ ਜੋ ਫਾਰਮਸ ਨੇ ਉਸ ਤੋਂ ਬਣ ਕੇ ਸਾਡੇ ਸਾਹਮਣੇ ਆਈਆਂ ਹਨ। ਇਹਨਾਂ ਚੀਜ਼ਾਂ ਤੋਂ ਇਲਾਵਾ ਪੈਟਰੋਲੀਅਮ ਦੀ ਵਰਤੋਂ ਅਸੀਂ ਅਕਸਰ ਹੀ ਜੋ ਸਾਡੇ ਆਲੇ ਦੁਆਲੇ ਜੋ ਮਸ਼ੀਨਰੀ ਚੱਲ ਰਹੀ ਹੈ ਉਸ ਦੇ ਵਿੱਚ ਅਸੀਂ ਇਹਨਾਂ ਦੀ ਵਰਤੋਂ ਸੁਣਦੇ ਹਾਂ। ਪੈਟਰੋਲੀਅਮ ਤੋਂ ਹੀ ਡੀਜ਼ਲ, ਪੈਟਰੋਲ, ਮਿੱਟੀ ਦਾ ਤੇਲ, ਗਰੀਸ ਜਾਂ ਹੋਰ ਦੂਸਰੇ ਲੁਬਰੀਕੈਂਟਸ ਤਿਆਰ ਕੀਤੇ ਜਾਂਦੇ ਹਨ। ਇਸ ਦੀ ਵਰਤੋਂ ਅਸੀਂ ਜੋ ਘਰਾਂ ਦੇ ਵਿੱਚ ਜੈਲ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ, ਇਸ ਤੋਂ ਇਲਾਵਾ ਵੈਸਲੀਨ ਜਾਂ ਜੋ ਪਲਾਸਟਿਕ ਦੇ ਪ੍ਰੋਡਕਟ ਬਣਦੇ ਹਨ ਉਹਨਾਂ ਦੇ ਵਿੱਚ ਵੀ ਪੈਟਰੋਲੀਅਮ ਦੇ ਵੱਖ-ਵੱਖ ਫਾਰਮਸ ਦੀ ਵਰਤੋਂ ਕੀਤੀ ਜਾਂਦੀ ਹੈ। ਪੈਟਰੋਲੀਅਮ ਇੱਕ ਜੈਵਿਕ ਪਦਾਰਥ ਹੈ ਜੋ ਲੱਖਾਂ ਸਾਲ ਪਹਿਲਾਂ ਪੌਦਿਆਂ, ਜਾਨਵਰਾਂ ਅਤੇ ਹੋਰ ਜੀਵਾਂ ਦੇ ਧਰਤੀ ਦੀਆਂ ਤਹਿਾਂ ਵਿੱਚ ਗਲਣ ਸੜਨ ਤੋਂ ਪੈਦਾ ਹੋਇਆ ਹੈ। ਧਰਤੀ ਵਿੱਚੋਂ ਜੋ ਤੇਲ ਨਿਕਲਦਾ ਹੈ ਉਹ ਸਿੱਧੇ ਵਰਤਣ ਦੇ ਯੋਗ ਨਹੀਂ ਹੁੰਦਾ ਹੈ। ਇਸ ਤੇਲ ਨੂੰ ਕੱਚਾ ਤੇਲ ਆਖਦੇ ਹਾਂ, ਜਿਸ ਨੂੰ ਅੱਗੇ ਰਿਫਾਈਨਰੀਜ਼ ਦੇ ਵਿੱਚ ਪ੍ਰੋਸੈਸ ਕਰਕੇ ਉਸ ਤੋਂ ਜੋ ਵਰਤੋਂ ਦੇ ਲਾਇਕ ਤੇਲ ਹੈ, ਜਿਵੇਂ ਕਿ ਡੀਜ਼ਲ, ਪੈਟਰੋਲ ਜਾਂ ਦੂਸਰੇ ਹੋਰ ਜੋ ਪ੍ਰੋਡਕਟ ਨੇ, ਉਹ ਇਸ ਤੋਂ ਤਿਆਰ ਕੀਤੇ ਜਾਂਦੇ ਹਨ। ਇਹ ਤੁਹਾਡੇ ਸਾਹਮਣੇ ਇੱਕ ਰਿਫਾਈਨਰੀ ਦਾ ਦ੍ਰਿਸ਼ ਹੈ। ਇਸ ਰਿਫਾਈਨਰੀ ਦੇ ਵਿੱਚ ਹੀ ਕੱਚੇ ਤੇਲ ਦੇ ਜੋ ਸੋਧ ਕਰਕੇ ਉਸ ਤੋਂ ਵੱਖ-ਵੱਖ ਤਰ੍ਹਾਂ ਦੇ ਜੋ ਵੇਰੀਐਂਟਸ ਨੇ ਉਹ ਤਿਆਰ ਕੀਤੇ ਜਾਂਦੇ ਹਨ, ਜਿਵੇਂ ਕਿ ਡੀਜ਼ਲ, ਪੈਟਰੋਲ ਜਾਂ ਹੋਰ ਦੂਸਰੇ ਲੁਬਰੀਕੈਂਟਸ ਦੀ ਇੱਥੇ ਇਸ ਨੂੰ ਤਿਆਰ ਕੀਤਾ ਜਾਂਦਾ ਹੈ। ਅਜਿਹੇ ਰਿਫਾਈਨਰੀਜ਼ ਜੋ ਪੈਦਾ ਕਰਨ ਵਾਲੇ ਖੇਤਰ ਹਨ ਉਹਨਾਂ ਤੋਂ ਕਾਫੀ ਦੂਰ ਲਗਾਏ ਜਾਂਦੇ ਹਨ। ਇੱਥੇ ਜੋ ਰਿਫਾਈਨਰੀਜ਼ ਦੇ ਵਿੱਚ ਜੋ ਪੈਟਰੋਲੀਅਮ ਪਹੁੰਚਦਾ ਹੈ ਉਹ ਕਾਫੀ ਦੂਰ ਤੋਂ ਵੱਖ-ਵੱਖ ਮੀਨ ਆਫ ਟਰਾਂਸਪੋਰਟ ਦੇ ਜ਼ਰੀਏ ਇੱਥੇ ਪਹੁੰਚਦਾ ਹੈ ਅਤੇ ਇੱਥੋਂ ਸੋਧ ਕਰਕੇ ਪਾਈਪਲਾਈਨ ਜਾਂ ਦੂਸਰੇ ਹੋਰ ਮੋਡ ਦੇ ਜ਼ਰੀਏ ਜਿੱਥੇ ਇਸ ਦੀ ਸਪਲਾਈ ਦੀ ਲੋੜ ਹੁੰਦੀ ਹੈ ਉੱਥੇ ਪਹੁੰਚਾ ਦਿੱਤਾ ਜਾਂਦਾ ਹੈ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚੋਂ ਤੇਲ ਨਿਕਲਦਾ ਹੈ, ਜਿਵੇਂ ਕਿ USA, ਰੂਸ ਤੇ ਇਸ ਦੇ ਨਾਲ ਲੱਗਦੇ ਹੋਏ ਦੇਸ਼ ਚੀਨ ਆਦਿ ਤੇਲ ਦੇ ਸਾਧਨਾਂ ਵਿੱਚ ਬਹੁਤ ਅੱਛਾ ਸਥਾਨ ਰੱਖਦੇ ਹਨ। ਮੱਧ ਪੂਰਬੀ ਦੇਸ਼, ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਦੇ ਵਿੱਚ ਈਰਾਨ, ਇਰਾਕ, ਸਾਊਦੀ ਅਰਬ, ਬਹਿਰੀਨ ਅਤੇ ਕੁਵੈਤ, ਦੁਬਈ ਵਰਗੇ ਦੇਸ਼ ਸ਼ਾਮਲ ਹਨ, ਇਹ ਵੀ ਪੈਟਰੋਲੀਅਮ ਪਦਾਰਥਾਂ ਦੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਅਮੀਰ ਹਨ। ਆਸਟ੍ਰੇਲੀਆ, ਅਫਰੀਕਾ ਅਤੇ ਦੱਖਣੀ ਅਮਰੀਕਾ ਮਹਾਂਦੀਪਾਂ ਦੇ ਬਹੁਤ ਸਾਰੇ ਦੇਸ਼ਾਂ ਵਿੱਚੋਂ ਵੀ ਤੇਲ ਨਿਕਲਦਾ ਹੈ। ਇਨਫੈਕਟ ਵੈਨੇਜ਼ੁਏਲਾ ਜੋ ਇੱਕ ਦੇਸ਼ ਹੈ ਦੱਖਣੀ ਅਮਰੀਕਾ ਦੇ ਵਿੱਚ, ਉਸ ਦੇ ਮਾਮਲੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਉਸ ਕੋਲੇ ਪੈਟਰੋਲੀਅਮ ਰਿਜ਼ਰਵ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹਨ। ਭਾਰਤ ਦੀ ਸਥਿਤੀ ਪੈਟਰੋਲੀਅਮ ਪਦਾਰਥਾਂ ਪੱਖੋਂ ਜ਼ਿਆਦਾ ਅੱਛੀ ਨਹੀਂ ਹੈ। ਸਾਡੇ ਦੇਸ਼ ਦੇ ਵਿੱਚ ਲਗਭਗ 3 ਕਰੋੜ 34 ਲੱਖ ਟਨ ਕੱਚਾ ਤੇਲ ਪੈਦਾ ਹੋ ਰਿਹਾ ਹੈ। ਭਾਰਤ ਵਿੱਚ ਆਸਾਮ, ਅਰੁਣਾਚਲ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਤਮਿਲਨਾਡੂ ਅਤੇ ਰਾਜਸਥਾਨ ਰਾਜਾਂ ਤੋਂ ਹੀ ਖਣਿਜ ਤੇਲ ਪ੍ਰਾਪਤ ਹੁੰਦਾ ਹੈ। ਇਹ ਵੀ ਕੋਈ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਨਹੀਂ ਹੈ। ਜਿਵੇਂ ਕਿ ਡਿਗਬੋਈ, ਨਾਹਰਕਟੀਆ, ਮੋਰਾਨ, ਹੁਰੀਜਨ ਅਸਾਮ ਦੇ ਵਿੱਚ, ਅੰਕਲੇਸ਼ਵਰ, ਖੰਭਾਤ, ਅਹਿਮਦਾਬਾਦ ਗੁਜਰਾਤ ਦੇ ਵਿੱਚ, ਬਾੜਮੇਰ ਰਾਜਸਥਾਨ, ਮਨਪੁਰਮ ਅਰੁਣਾਚਲ ਪ੍ਰਦੇਸ਼, ਮੁੰਬਈ ਹਾਈ ਜਿਸ ਨੂੰ ਮਹਾਰਾਸ਼ਟਰ ਦੇ ਵਿੱਚ ਅਸੀਂ ਜਾਣਦੇ ਹਾਂ, ਇਹਨਾਂ ਖੇਤਰਾਂ ਤੋਂ ਭਾਰਤ ਦਾ ਜੋ ਤੇਲ ਦਾ ਭੰਡਾਰ ਹੈ ਉਹ ਪ੍ਰਾਪਤ ਹੁੰਦਾ ਹੈ। ਆਓ ਇੱਕ ਨਕਸ਼ੇ ਦੇ ਜ਼ਰੀਏ ਸਮਝਦੇ ਹਾਂ ਕਿ ਭਾਰਤ ਦੇ ਵਿੱਚ ਕਿੱਥੇ ਪੈਟਰੋਲੀਅਮ ਦੇ ਉਤਪਾਦਕ ਖੇਤਰ ਹਨ। ਮਾਰਕ ਦੇ ਜ਼ਰੀਏ ਤੁਹਾਨੂੰ ਜੋ ਨਿਸ਼ਾਨ ਹਨ ਉਹ ਮਾਰਕ ਕਰ ਦਿੱਤੇ ਗਏ ਹਨ। ਜੋ ਸਕੇਅਰ ਹੈ ਇਹ ਦਿਖਾਉਂਦਾ ਹੈ ਜਿੱਥੇ ਪੈਟਰੋਲੀਅਮ ਦੇ ਰਿਜ਼ਰਵ ਹਨ, ਅਤੇ ਜੋ ਕ੍ਰਾਸ ਦਾ ਨਿਸ਼ਾਨ ਹੈ ਇਸ ਤੋਂ ਪਤਾ ਲੱਗਦਾ ਹੈ ਜਿੱਥੇ ਰਿਫਾਈਨਰੀਜ਼ ਹਨ। ਜਿੱਥੇ ਇਹ ਸੰਬੰਧਿਤ ਨਿਸ਼ਾਨ ਦਿਖਾਏ ਗਏ ਹਨ ਨਕਸ਼ੇ ਦੇ ਉੱਪਰ, ਇੱਕ ਖਾਲੀ ਨਕਸ਼ੇ ਦੇ ਉੱਪਰ ਤੁਸੀਂ ਇਹਨਾਂ ਦੀ ਪ੍ਰੈਕਟਿਸ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਐਗਜ਼ਾਮ ਦੇ ਲਈ ਤਿਆਰੀ ਮੁਕੰਮਲ ਹੋ ਸਕੇ। ਅਗਲੀ ਚਰਚਾ ਕਰਦੇ ਹਾਂ ਕੁਦਰਤੀ ਗੈਸ ਦੀ। ਨੈਚੁਰਲ ਗੈਸ। ਕੁਦਰਤੀ ਗੈਸ ਪੈਟਰੋਲੀਅਮ ਪਦਾਰਥਾਂ ਤੋਂ ਹੀ ਪੈਦਾ ਹੁੰਦੀ ਹੈ। ਜਦੋਂ ਵੀ ਕੋਈ ਤੇਲ ਦਾ ਖੂਹ ਖੋਦਿਆ ਜਾਂਦਾ ਹੈ ਤਾਂ ਸਭ ਤੋਂ ਉੱਪਰ ਕੁਦਰਤੀ ਗੈਸ ਹੀ ਇਕੱਠੀ ਹੋਈ ਮਿਲਦੀ ਹੈ। ਇਸ ਨੂੰ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਜਿੱਥੇ ਵੀ ਕਿਤੇ ਪੈਟਰੋਲੀਅਮ ਦੀ ਖੁਦਾਈ ਹੁੰਦੀ ਹੈ ਉਸ ਪੈਟਰੋਲੀਅਮ ਦੀ ਤਹਿ ਦੇ ਠੀਕ ਉੱਪਰ ਜੋ ਸਪੇਸ ਹੁੰਦਾ ਹੈ ਉਸ ਦੇ ਵਿੱਚ ਨੈਚੁਰਲ ਗੈਸ ਜਾਂ ਕੁਦਰਤੀ ਗੈਸ ਸਾਨੂੰ ਪ੍ਰਾਪਤ ਹੁੰਦੀ ਹੈ। ਕੁਦਰਤੀ ਗੈਸ ਸ਼ਕਤੀ ਦਾ ਇੱਕ ਬਹੁਤ ਵਧੀਆ ਸਾਧਨ ਹੈ। ਇਸ ਦੀ ਵਰਤੋਂ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਹੈ, ਯਾਨੀ ਕਿ ਬਹੁਤ ਘੱਟ ਪ੍ਰਦੂਸ਼ਣ ਹੁੰਦਾ ਹੈ। ਗੈਸ ਦੀ ਵਰਤੋਂ ਤੁਸੀਂ ਅਕਸਰ ਘਰਾਂ ਦੇ ਵਿੱਚ, ਗੱਡੀਆਂ ਚਲਾਉਣ ਵਿੱਚ ਅਤੇ ਕਈ ਹੋਰ ਉਦਯੋਗ ਧੰਦਿਆਂ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਪਾਈ ਚਾਰਟ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਇੰਡਸਟਰੀਅਲ ਜੋ ਪਰਪਸ ਨੇ ਉਹਨਾਂ ਦੇ ਲਈ 33% ਗੈਸ ਦੀ ਵਰਤੋਂ ਹੁੰਦੀ ਹੈ, 35% ਗੈਸ ਦੀ ਵਰਤੋਂ ਹੁੰਦੀ ਹੈ ਜੋ ਬਿਜਲੀ ਘਰ ਹਨ, 17% ਜੋ
ਆਪਣੇ ਘਰਾਂ ਦੇ ਵਿੱਚ ਜੋ ਗੈਸ ਦੀ ਵਰਤੋਂ ਹੁੰਦੀ ਹੈ ਉੱਥੇ, ਅਤੇ 3% ਟਰਾਂਸਪੋਰਟ ਜਾਂ ਆਵਾਜਾਈ ਦੇ ਸਾਧਨਾਂ ਦੇ ਵਿੱਚ ਵੀ ਇਸ ਦੀ ਵਰਤੋਂ ਹੁੰਦੀ ਹੈ। 12% ਹੋਰ ਬਹੁਤ ਸਾਰੇ ਕਾਜ਼ਜ਼ ਹਨ ਜਿੱਥੇ ਇਸ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ। ਗੈਸ ਦੀ ਪੈਦਾਵਾਰ ਦੇ ਵਿੱਚ USA ਸੰਸਾਰ ਦੇ ਵਿੱਚ ਸਭ ਤੋਂ ਜ਼ਿਆਦਾ ਮੋਹਰੀ ਹੈ। ਇਸ ਤੋਂ ਬਾਅਦ ਰੂਸ, ਮੱਧ ਪੂਰਬੀ ਦੇਸ਼, ਕੈਨੇਡਾ, ਉਜ਼ਬੇਕਿਸਤਾਨ, ਅਜ਼ਰਬੈਜਾਨ ਆਦਿ ਦੇਸ਼ਾਂ ਵਿੱਚ ਕੁਦਰਤੀ ਗੈਸ ਦੀ ਕਾਫੀ ਜ਼ਿਆਦਾ ਪੈਦਾਵਾਰ ਕੀਤੀ ਜਾਂਦੀ ਹੈ। ਭਾਰਤ ਦੇ ਕਈ ਖੇਤਰਾਂ ਵਿੱਚੋਂ ਕੁਦਰਤੀ ਗੈਸ ਮਿਲਦੀ ਹੈ। ਇਹਨਾਂ ਖੇਤਰਾਂ ਵਿੱਚੋਂ ਕ੍ਰਿਸ਼ਨਾ ਗੋਦਾਵਰੀ ਬੇਸਿਨ, ਉੜੀਸਾ ਦੇ ਨੇੜੇ ਬੰਗਾਲ ਦੀ ਖਾੜੀ ਦੇ ਵਿੱਚ, ਰਾਜਸਥਾਨ ਦੇ ਵਿੱਚ ਬਾੜਮੇਰ, ਗੁਜਰਾਤ ਦੇ ਕੱਛ ਅਤੇ ਖੰਬਾਤ, ਤ੍ਰਿਪੁਰਾ ਵਿੱਚ ਵੀ ਕੁਦਰਤੀ ਗੈਸ ਦੇ ਹੋਣ ਦੀ ਸੰਭਾਵਨਾ ਪਾਈ ਜਾ ਰਹੀ ਹੈ। ਦੇਸ਼ ਦੀ ਲਗਭਗ 75% ਕੁਦਰਤੀ ਗੈਸ ਮੁੰਬਈ ਹਾਈ ਤੋਂ ਆ ਰਹੀ ਹੈ। ਲਗਭਗ 11% ਗੈਸ ਗੁਜਰਾਤ ਰਾਜ ਤੋਂ ਪੈਦਾ ਹੋ ਰਹੀ ਹੈ। ਇੱਕ ਵਾਰ ਨਕਸ਼ੇ ਦੇ ਜ਼ਰੀਏ ਉਹਨਾਂ ਸਥਾਨਾਂ ਨੂੰ ਫੇਰ ਦੇਖ ਲੈਂਦੇ ਹਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਜੋ ਟਰਾਇੰਗਲ ਸ਼ੇਪ ਦੇ ਮਾਰਕ ਹਨ, ਇਹ ਦਿਖਾ ਰਹੇ ਹਨ ਗੈਸ ਪੈਦਾ ਕਰਨ ਵਾਲੇ ਖੇਤਰ, ਜਿਨ੍ਹਾਂ ਦੇ ਵਿੱਚ ਇੱਕ ਖੇਤਰ ਰਾਜਸਥਾਨ ਦੇ ਵਿੱਚ ਸਾਨੂੰ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਕ੍ਰਿਸ਼ਨਾ ਗੋਦਾਵਰੀ ਬੇਸਿਨ ਦੀ ਤਰਫ ਵੀ ਸਾਨੂੰ ਇੱਕ ਟਰਾਇੰਗਲ ਸ਼ੇਪ ਦਾ ਮਾਰਕ ਦਿਖਾਈ ਦੇ ਰਿਹਾ ਹੈ। ਇਹਨਾਂ ਮਾਰਕਸ ਨੂੰ ਆਪਣੇ ਖਾਲੀ ਨਕਸ਼ੇ ਦੇ ਉੱਪਰ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਤੁਸੀਂ ਭਰ ਸਕਦੇ ਹੋ, ਤਾਂ ਕਿ ਆਉਣ ਵਾਲੇ ਐਗਜ਼ਾਮ ਦੇ ਵਿੱਚ ਜਦੋਂ ਇਹ ਪੁੱਛਿਆ ਜਾਵੇ ਕਿ ਕੁਦਰਤੀ ਗੈਸ ਪੈਦਾ ਹੋਣ ਵਾਲੇ ਖੇਤਰਾਂ ਦੇ ਬਾਰੇ 'ਚ, ਤਾਂ ਤੁਸੀਂ ਬੜੀ ਆਸਾਨੀ ਦੇ ਨਾਲ ਇਸ ਨੂੰ ਆਪਣੇ ਨਕਸ਼ੇ ਦੇ ਉੱਪਰ ਦਿਖਾ ਸਕੋ। ਉਮੀਦ ਹੈ ਕਿ ਅੱਜ ਦਾ ਲੈਕਚਰ ਤੁਹਾਨੂੰ ਪਸੰਦ ਆਇਆ ਹੋਵੇਗਾ। ਜੇਕਰ ਪਸੰਦ ਆਇਆ ਤਾਂ ਇਸ ਨੂੰ ਆਪਣੇ ਅੱਗੇ ਹਮ ਜਮਾਤੀਆਂ ਦੇ ਨਾਲ ਸ਼ੇਅਰ ਕਰੋ। ਜੇਕਰ ਕਿਸੇ ਵੀ ਚੀਜ਼ ਦੀ ਕਲੀਅਰਿਟੀ ਨਹੀਂ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜੇਕਰ ਕਿਸੇ ਬੱਚੇ ਦਾ ਜਾਂ ਕਿਸੇ ਅਧਿਆਪਕ ਸਾਥੀ ਦਾ ਕੋਈ ਸੁਝਾਅ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜਾਂ ਫੋਨ ਦੇ ਉੱਪਰ ਮੈਸੇਜ ਕਰਕੇ ਮੈਨੂੰ ਦੇ ਸਕਦਾ ਹੈ। ਉਮੀਦ ਹੈ ਤੁਸੀਂ ਇਸ ਲੈਕਚਰ ਨੂੰ ਧਿਆਨ ਨਾਲ ਸੁਣੋਗੇ। ਤੁਹਾਡਾ ਸਾਰੇ ਹੀ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।